ਕਾਨੂੰਨੀ ਕੰਮਾਂ ਨੂੰ ਕਮਿਸ਼ਨਰ ਆਫਿਸ ਜਿਹੜਾ ਉਹ ਬੰਦ ਨਹੀਂ ਕਰ ਰਿਹਾ, ਸਗੋਂ ਉਹਨਾਂ ਨੂੰ ਨਾ ਬੰਦ ਕਰਕੇ ਹੋਰ ਉਤਸ਼ਾਹ। ਇਲੀਗਲ ਟਰੱਕ ਚੱਲ ਰਿਹਾ 800 ਤੋਂ ਉੱਪਰ, ਨੂੰ ਅਸੀਂ ਬੜੀ ਵਾਰੀ ਰਿਕੁਐਸਟ ਕਰਕੇ ਅਸੀਂ ਥੱਕ ਗਏ ਹਾਂ। ਪੂਰੇ ਕੈਨੇਡਾ 'ਚ ਅੱਜ ਲੇਬਰ ਡੇ ਮਨਾਇਆ ਜਾ ਰਿਹਾ ਤੇ ਇਸ ਲੇਬਰ ਡੇ ਵਾਲੇ ਦਿਨ ਯੂਟੀਏ ਵੱਲੋਂ ਯਾਨੀ ਕਿ ਯੂਨਾਈਟਿਡ ਟਰੱਕਰਸ ਐਸੋਸੀਏਸ਼ਨ ਵੱਲੋਂ ਇੱਕ ਰੈਲੀ ਕੱਢੀ ਜਾ ਰਹੀ ਹੈ, ਕਾਰ ਰੈਲੀ। ਮੰਗਾਂ ਉਹਨਾਂ ਦੀਆਂ ਵੱਡੀਆਂ ਨੇ, ਗੱਲਬਾਤ ਕਰਦੇ ਨੇ ਸਾਡੇ ਨਾਲ ਨੇ ਗਗਨ ਸਿੰਘ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਗਗਨ ਸਿੰਘ ਜੀ, ਕੀ ਅੱਜ ਕਾਰਨ ਬਣਿਆ ਜਿਹੜਾ ਲੇਬਰ ਡੇ ਵਾਲੇ ਦਿਨ ਤੁਹਾਨੂੰ ਇਹ ਰੈਲੀ ਕੱਢਣੀ ਪੈ ਰਹੀ ਹੈ? ਬੜੇ ਦੁਖੀ ਦਿਲ ਨਾਲ ਭਰਿਓ ਮਨ ਨਾਲ ਅਸੀਂ ਕਹਿ ਰਹੇ ਹਾਂ ਕਿ ਜਿਹੜੇ ਸਾਡੇ ਮਸਲੇ ਸੀਗੇ, ਕਾਫੀ ਵੱਡਾ ਜਿਹੜਾ ਆਫ ਟਾਕ ਸੀਗਾ, ਇਲੀਗਲ ਟਰੱਕ ਚੱਲ ਰਿਹਾ 800 ਤੋਂ ਉੱਪਰ, ਉਹ ਸਾਡੇ ਬੰਦਿਆਂ ਦੇ ਜਿਹੜਾ ਕੰਮ ਲੈ ਰਿਹਾ। ਸੋ ਅਸੀਂ ਸਾਰੇ ਲਾਇਸੈਂਸਡ ਆ ਕਮਿਸ਼ਨਰ ਆਫਿਸ ਵੱਲੋਂ। ਕਮਿਸ਼ਨਰ ਨੂੰ ਅਸੀਂ ਬੜੀ ਵਾਰੀ ਰਿਕੁਐਸਟ ਕਰਕੇ ਅਸੀਂ ਥੱਕ ਗਏ ਹਾਂ। ਹੁਣ ਤਾਂ ਅਸੀਂ ਇਸੇ ਕਰਕੇ ਇਸ ਗੱਲ ਤੇ ਖੜੇ ਆ ਵੀ ਹੁਣ ਸਾਨੂੰ ਅੱਜ ਲੇਬਰ ਡੇ ਵਾਲੇ ਦਿਨ ਰੈਲੀ ਕੱਢਣੀ ਪੈ ਰਹੀ ਹੈ। ਠੀਕ ਹੈ ਕਿ ਇਲੀਗਲ ਟਰੱਕ ਚੱਲ ਰਿਹਾ 800, ਇਹ ਮੰਨ ਲਓ ਕਿ ਇਲੀਗਲ ਅਸੀਂ ਇਹਨੂੰ ਕਿਵੇਂ ਕਹਿ ਸਕਦੇ, ਕਿਹੜੀ ਟਰਮਸ ਵਿੱਚ? ਜਾਂ ਉਹਨਾਂ ਕੋਲ ਲਾਇਸੈਂਸ ਹੈ ਨਹੀਂਗਾ ਜਾਂ ਫਿਰ ਕਿਸੇ ਹੋਰ ਤਰੀਕੇ? ਉਹਨਾਂ ਦੇ ਕੋਲ ਇਸ ਇੰਡਸਟਰੀ ਦਾ ਲਾਇਸੈਂਸ ਹੈ ਨਹੀਂਗਾ ਤੇ ਉਹ ਅੱਧੇ ਰੇਟ ਤੇ ਕੰਮ ਕਰ ਰਹੇ ਹਨ। ਜਿਹੜਾ ਤੁਹਾਡੇ ਰੇਟ ਹੈ ਉਹ ਵੀ ਟੁੱਟ ਰਿਹਾ ਤੇ ਦੂਜੇ ਪਾਸੇ ਗੈਰ ਕਾਨੂੰਨੀ ਕੰਮ ਵੀ ਨਹੀਂ ਮਿਲ ਰਿਹਾ। ਗੈਰ ਕਾਨੂੰਨੀ ਕੰਮਾਂ ਨੂੰ ਕਮਿਸ਼ਨਰ ਆਫਿਸ ਜਿਹੜਾ ਉਹ ਬੰਦ ਨਹੀਂ ਕਰ ਰਿਹਾ, ਸਗੋਂ ਉਹਨਾਂ ਨੂੰ ਨਾ ਬੰਦ ਕਰਕੇ ਉਹ ਹੋਰ ਉਤਸ਼ਾਹਿਤ ਕਰ ਰਿਹਾ। ਤੇ ਕਿੰਨੇ ਸਮੇਂ ਤੋਂ ਜਿਹੜੀ ਮੰਗ ਹੈ ਚੱਲ ਰਹੀ ਤੁਹਾਡੇ ਵੱਲੋਂ? ਅਸੀਂ ਤਾਂ ਜੀ 2005 ਦੇ ਵਿੱਚ ਸਟ੍ਰਾਈਕ ਹੋਈ ਸੀਗੀ, ਉਦੋਂ ਵੀ ਇਹੀ ਵੱਡਾ ਇਸ਼ੂ ਸੀਗਾ, ਆਫ ਡਾਕ ਇਹਨੂੰ ਕਹਿੰਦੇ ਆ। 2014 ਚ ਵੀ ਇਹੀ ਸੀਗਾ, 2020 ਆ, ਅੱਜ ਵੀ ਇਹੀ ਇਸ਼ੂ। ਤੋਂ 15 ਸਾਲ ਹੋ ਗਏ, ਹੱਲ ਨਹੀਂ ਹੋਇਆ? ਨਹੀਂ ਜੀ, ਹਾਲੇ ਤੱਕ ਨਹੀਂ ਹੋਇਆ। ਅੱਛਾ, ਇੱਕ ਕਰੋਨਾ ਵਾਇਰਸ ਦੇ ਜਿਹੜੇ ਦੌਰ ਅੰਦਰ ਆ ਬਹੁਤ ਅਸਰ ਪਿਆ ਹਰੇਕ ਇੰਡਸਟਰੀ ਦੇ ਉੱਤੇ। ਟਰੱਕਿੰਗ ਇੰਡਸਟਰੀ ਤੋਂ ਲੈ ਕੇ ਤੁਸੀਂ ਵੀ ਇੱਕ ਮੰਗ ਕੀਤੀ ਹੈ, ਇਹਦੇ ਵਿੱਚ ਕੀ ਹੈ? ਉਹਦਾ ਮਤਲਬ ਹੈ ਜੀ ਵੀ ਕਰੋਨਾ ਦੇ ਦੌਰਾਨ ਜਿਹੜਾ ਕਮਿਸ਼ਨਰ ਆਫਿਸ ਆ, ਉਹ ਅਸੀਂ ਕੰਮ ਕੀਤਾ। ਪਹਿਲੀ ਚੀਜ਼ ਤਾਂ ਅਸੀਂ ਸਪਲਾਈ ਚੇਨ ਨੂੰ ਰੁਕਣ ਨਹੀਂ ਦਿੱਤਾ ਕਿਸੇ ਵੀ ਹਾਲ ਦੇ ਵਿੱਚ। ਪਰ ਇੱਕ ਇਸ ਵੇਲੇ ਜੋ ਸਾਰਿਆਂ ਤੋਂ ਵੱਡਾ ਜਿਹੜਾ ਸਾਨੂੰ ਦੁੱਖ ਜਿਸ ਗੱਲ ਤੋਂ ਲੱਗਦਾ, ਉਹ ਇਹ ਲੱਗਦਾ ਵੀ ਅਸੀਂ ਕਮਿਸ਼ਨਰ ਆਫਿਸ ਜਾਣ ਬੁੱਝ ਕੇ ਸਾਨੂੰ ਹੁਣ ਇੱਕ ਤਰ੍ਹਾਂ ਜੋ ਉਹਨਾਂ ਦੀਆਂ ਰਿਲੀਜ਼ਸ ਆ, ਜੋ ਉਹ ਕੰਮ ਕਰ ਰਿਹਾ, ਉਹ ਸਾਨੂੰ ਟਾਰਗੇਟ ਕਰ ਰਿਹਾ। ਨਵੇਂ ਲਾਇਸੈਂਸਿੰਗ ਦੇ ਥੱਲੇ ਤਕਰੀਬਨ 300 ਜਿਹੜਾ ਆ ਟਰੱਕ ਨਿਕਲ ਜਾਣਾ ਇਹ ਸਿਸਟਮ 'ਚੋਂ। ਇੱਕ ਪਾਸੇ 800 ਗੈਰ ਕਾਨੂੰਨੀ ਆ, ਦੂਜੇ ਪਾਸੇ 300 ਜਿਹੜਾ ਕਾਨੂੰਨੀ ਟਰੱਕ ਆ, ਕਮਿਸ਼ਨਰ ਕਹਿ ਚੁੱਕਿਆ ਵੀ ਮੈਂ ਉਹਨਾਂ ਨੂੰ ਕੱਢ ਦੇਣਾ। ਜੇ ਉਹ ਨਿਕਲਦੇ ਆ ਤੇ ਕਿਤੇ ਨਾ ਕਿਤੇ ਲੱਗਦਾ ਜ਼ਰੂਰ ਕੋਈ ਉਹ ਓਨਰ ਆਪਰੇਟਰ ਹੀ ਨਿਕਲਣੇ, ਕਿਉਂਕਿ ਕੰਪਨੀ ਟਰੱਕ ਨੂੰ ਤਾਂ ਕੱਢਣ ਦੀ ਲੋੜ ਨਹੀਂ, ਨਾ ਇਹਨਾਂ ਨੇ ਸੋਚਣਾ ਹੈ। ਤੁਸੀਂ ਇਸ ਟਰੱਕ ਦੇ ਅੱਗੇ ਲਿਖਿਆ ਹੋਇਆ ਕਿ ਤੁਸੀਂ ਜੌਬ ਜਿਹੜੀ ਕ੍ਰੀਏਟਸ ਹੈ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਤੁਸੀਂ ਸਮਾਲ ਬਿਜ਼ਨਸ ਹੋ, ਤੇ ਸਰਕਾਰ ਤੋਂ ਇਹਦੇ ਵਿੱਚ ਕੀ ਮੰਗ ਕਰਦੇ ਹੋ? ਸਰਕਾਰ ਦਾ ਹੀ ਅਸੀਂ ਕੋਈ ਕਾਨੂੰਨ ਦੇ ਵਿੱਚ ਤਰਮੀਮ ਨਹੀਂ ਚਾਹੁੰਦੇ। ਅਸੀਂ ਸਿਰਫ ਇਹੀ ਕਹਿ ਰਹੇ ਹਾਂ ਵੀ ਜੋ ਕਾਨੂੰਨ ਬਣਿਆ ਆ ਉਹਨੂੰ ਕਮਿਸ਼ਨਰ ਆਫਿਸ ਫੋਲੋ ਕਰੇ। ਸਾਰਾ ਕਾਨੂੰਨ ਬਣਿਆ ਆ, ਸਾਰਾ ਕਾਨੂੰਨ ਪਲੇਸ ਆ, ਪਰ ਇੱਕੋ ਇੱਕ ਦੁੱਖ ਵਾਲੀ ਗੱਲ ਜਿਹੜੀ ਆ ਵੀ ਉਹ ਕਾਨੂੰਨ ਲਾਗੂ ਨਹੀਂ ਹੋ ਰਿਹਾ। ਤੇ ਜਿਹੜੀ ਅੱਜ ਇਹ ਰੈਲੀ ਹੈ ਫਿਰ ਕਿੱਥੇ ਤੱਕ ਕੱਢਣ ਜਾ ਰਹੇ ਹੋ ਤੁਸੀਂ? ਵੈਨਕੂਵਰ ਡਾਊਨਟਾਊਨ ਜਾਣਾ ਜੀ, ਕਮਿਸ਼ਨਰ ਆਫਿਸ ਦੇ ਬਾਹਰ। ਸੋ ਉਹਦੇ ਬਾਹਰ ਅਸੀਂ ਖੜ ਕੇ ਕਿਉਂਕਿ ਕੋਵਿਡ ਦੇ ਕਰਕੇ ਅਸੀਂ ਖੜ ਨਹੀਂ ਸਕਦੇ, ਸੋ ਪਰ ਅਸੀਂ 5-6 ਜਿਹੜੇ ਡਾਇਰੈਕਟਰ ਜਿਹੜੇ ਆ ਯੂਟੀ ਦੇ, ਅਸੀਂ ਉਹ ਖੜ ਕੇ ਜ਼ਰੂਰ ਉੱਥੇ ਇੱਕ ਮੁਜ਼ਾਹਰਾ ਟਾਈਪ ਜ਼ਰੂਰ ਕਰਾਂਗੇ। ਬਾਕੀ ਜਿਹੜੀਆਂ ਗੱਡੀਆਂ ਆ ਉਹ ਕਾਰ ਦੀ ਰੂਪ ਦੇ ਵਿੱਚ ਡਾਊਨਟਾਊਨ ਦੇ ਵਿੱਚ 2 ਗੇੜੇ ਕੱਢਣਗੀਆਂ ਵੀ ਜਿਹੜਾ ਕਮਿਸ਼ਨਰ ਨੂੰ ਗਫਲਤ ਦੀ ਨੀਂਦ ਦੇ ਵਿੱਚੋਂ ਉਠਾਲਿਆ ਜਾ ਸਕੇ। ਇੱਕ ਪਿੱਛੇ ਜਿਹਾ ਕੋਵਿਡ ਤੋਂ ਪਹਿਲਾਂ ਤੁਸੀਂ ਇੱਕ ਹੋਰ ਰੈਲੀ ਕੱਢੀ ਸੀ, ਉਹਦੇ ਵਿੱਚ ਇੱਕ ਡੈਫ ਦਾ ਮੁੱਦਾ ਬਹੁਤ ਵੱਡਾ ਉੱਠਿਆ ਸੀ ਕਿ ਕਈ ਹਾਦਸੇ ਹੁੰਦੇ ਆ, ਟਰੱਕ ਨੂੰ ਬਹੁਤ ਛੇਤੀ ਅੱਗ ਲੱਗ ਜਾਂਦੀ ਆ, ਆਪਣੇ ਭਾਈਚਾਰੇ ਦੇ ਕੁਝ ਡਰਾਈਵਰਾਂ ਦੀ ਮੌਤ ਵੀ ਹੋਈ। ਉਸ ਇਸ਼ੂ ਨੂੰ ਲੈ ਕੇ ਕੋਈ ਉਹਦੇ ਵਿੱਚ ਕੋਈ ਸੁਧਾਰ ਹੋਇਆ? ਦੇਖੋ, ਉਹ ਪੋਰਟ ਮੈਟਰੋ ਦਾ ਆ। ਪੋਰਟ ਮੈਟਰੋ ਜਿਹੜੀ ਉਹ ਫੈਡਰਲ ਆ। ਅੱਜ ਅਸੀਂ ਜਿਹੜਾ ਪ੍ਰੋਵਿੰਸ਼ੀਅਲ ਜਿਹੜਾ ਕਮਿਸ਼ਨਰ ਆ ਉਹਦੇ ਲਈ ਆ। ਬਿਲਕੁਲ ਉਹ ਤੁਹਾਡੀ ਗੱਲ ਸਹੀ ਆ, ਉਹ ਮੁੱਦਾ ਉਹ ਸਟਿਲ ਇਸੇ ਤਰ੍ਹਾਂ ਹੀ ਆ, ਹਾਲੇ ਤੱਕ ਵੀ ਉਹ ਹੱਲ ਹੀ ਆ। ਕਿਉਂਕਿ ਕਿਤੇ ਨਾ ਕਿਤੇ ਲੱਗ ਰਿਹਾ ਵੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਹੈ, ਕਿਉਂਕਿ ਮਰਨ ਵਾਲੇ ਜਿਹੜੇ ਜ਼ਿਆਦਾਤਰ ਪੰਜਾਬੀ ਆ, ਸ਼ਾਇਦ ਤਾਂ ਉਹਦੇ ਤੇ ਨਹੀਂ ਕੁਝ ਹੋ ਰਿਹਾ। ਤੇ ਹੁਣ ਯੂਟੀ ਵੱਲੋਂ ਜਦੋਂ ਇਹ ਰੈਲੀ ਕੀਤੀ ਜਾ ਰਹੀ ਹੈ, ਇਸ ਤੋਂ ਅੱਗੇ ਵੀ ਕੋਈ ਤੁਸੀਂ ਫਿਰ ਕੋਈ ਯੋਜਨਾ ਲਿਖੀ ਹੈ ਕਿ ਅੱਜ ਇਸ ਫਿਲਹਾਲ ਅੱਗੇ ਦਾ ਕੋਈ ਪ੍ਰੋਗਰਾਮ ਹੈ ਨਹੀਂ ਹਾਲੇ? ਇਹਦੇ ਤੋਂ ਅੱਗੇ 3 ਸਟੈਪ ਹੋਰ ਅੱਗੇ ਆ ਜੀ, ਜਿਹੜੇ ਅਸੀਂ ਸੋਚ ਚੁੱਕੇ ਆ, ਪਲਾਨਡ ਆ। ਪਰ ਅਸੀਂ ਪੂਰੇ ਆਸਵੰਦ ਆ ਵੀ ਕਮਿਸ਼ਨਰ ਆਫਿਸ ਜਿਹੜਾ ਆ, ਸਰਕਾਰ ਕਮਿਸ਼ਨਰ ਤੇ ਦਬਾਅ ਪਾ ਕੇ ਅਸੀਂ ਕੋਈ ਨਵਾਂ ਕਾਨੂੰਨ ਬਣਾਉਣ ਦੀ ਨਹੀਂ ਗੱਲ ਕਰ ਰਹੇ। ਅਸੀਂ ਸਿਰਫ ਇਹੀ ਕਹਿ ਰਹੇ ਹਾਂ ਬਣਿਓ ਕਾਨੂੰਨ ਤੇ ਤਰਮੀਮਾਂ ਹੋਣ, ਬਣਿਆ ਕਾਨੂੰਨ ਲਾਗੂ ਹੋਵੇ, ਨਾ ਕਿ ਕੋਈ ਵੀ ਨਵਾਂ ਕਾਨੂੰਨ ਬਣਾਉਣ ਦੀ ਨਹੀਂ ਗੱਲ। ਹੋ ਸਕਦਾ ਕਿ ਜਲਦੀ ਇਲੈਕਸ਼ਨ ਵੀ ਆਉਣ BC ਵਿੱਚ। ਤੁਹਾਨੂੰ ਲੱਗਦਾ ਕਿ ਤੁਹਾਨੂੰ ਕਿ ਆਉਣ ਵਾਲੇ ਦਿਨਾਂ 'ਚ ਜੇ ਸਰਕਾਰ ਦਬਾਅ ਪਵਾ ਕੇ ਕੰਮ ਕਰ ਸਕਦੀ ਹੈ ਤਾਂ ਇਲੈਕਸ਼ਨ ਵਿੱਚ ਵੀ ਇਹ ਮੁੱਦਾ ਬਣਨਾ ਚਾਹੀਦਾ?
ਬਿਲਕੁਲ ਜੀ, ਇਹ ਇੱਕ ਵੱਡਾ ਇਸ਼ੂ ਹੋਊਗਾ ਜੀ ਇਲੈਕਸ਼ਨ ਦੇ ਵਿੱਚ, ਕਿਉਂਕਿ ਪਿਛਲੀ ਵਾਰ ਵੀ ਜਿਹੜਾ BC NDP ਜਿੱਤੀ ਆ ਉਹ ਸਰੀ ਤੋਂ ਹੀ, ਜੇ ਨਾ ਸੀਟਾਂ ਇੱਕ ਵੀ ਸੀਟ ਹਾਰ ਜਾਂਦੇ ਤਾਂ ਸ਼ਾਇਦ ਰਿਜ਼ਲਟ ਹੋਰ ਹੋਣਾ ਸੀ। ਸੋ ਸਰੀ ਨੇ ਜਿਹੜਾ ਫਤਵਾ ਦਿੱਤਾ, ਇਸੇ ਕਰਕੇ 16 ਸਾਲ ਬਾਅਦ ਜਿਹੜੀ NDP ਉਹ ਪਾਵਰ 'ਚ ਆਈ ਆ। ਪਰ ਨੈਚੁਰਲੀ ਜੇ ਉਹ ਨਹੀਂ ਕੁਝ ਸੁਣਦੇ, ਅਸੀਂ ਬੜੇ ਆਸਵੰਦ ਆ, ਸਾਡੇ ਨਾਲ ਬੜਾ ਕੋਆਪਰੇਟ ਕਰਦੇ ਆ ਸਰੀ ਦੇ ਸਾਰੇ MLA, ਜਿੰਨੇ ਮਿਨਿਸਟਰ, ਲੇਬਰ ਮਿਨਿਸਟਰ ਹੋਣੀ, ਹੈਰੀ ਬੈਂਸ ਹੋਣੀ, ਸਰੀ ਤੋਂ ਹੀ ਉਹ ਵੀ। ਸੋ ਅਸੀਂ ਬੜੇ ਆਸਵੰਦ ਆ ਵੀ ਉਹ ਇਹ ਚੀਜ਼ ਨੂੰ ਪੂਰੀ ਤਰਜੀਹ ਦੇਣਗੇ, ਪਰ ਜੇ ਉਹ ਨਹੀਂ ਦਿੰਦੇ ਤਾਂ ਆਉਣ ਵਾਲਾ ਸਮਾਂ ਫਿਰ ਭਵਿੱਖ ਦੱਸੂਗਾ ਜੀ। ਕਿੰਨੀ ਕੁ ਵੱਡੀ ਪੱਧਰ ਹੈ ਤੁਹਾਡੇ ਨਾਲ ਲੋਕ ਜਿਹੜੇ ਕਾਰ ਰੈਲੀ ਸ਼ਾਮਲ ਹੋ ਰਹੇ ਆ? ਦੇਖੋ, ਅਸੀਂ ਸੱਦਾ ਤਾਂ ਸਿਰਫ 50 ਬੰਦਿਆਂ ਨੂੰ ਦਿੱਤਾ ਸੀਗਾ ਕੋਵਿਡ ਦੇ ਕਰਕੇ। ਐਡਵਰਟਾਈਜ਼ਮੈਂਟ ਜ਼ਰੂਰ ਚੱਲਦੀਆਂ ਰਹੀਆਂ, ਸੋ ਸਾਰੇ ਜਣੇ ਆਪੋ ਆਪਣੀ ਮਰਜ਼ੀ ਦੇ ਨਾਲ, ਜਿਨ੍ਹਾਂ ਨੂੰ ਦੁੱਖ ਆ ਉਹ ਉਹਦੇ ਕਰਕੇ ਆਏ ਆ। ਸੋ ਈਵਨ ਜਿਹੜੀ ਜਨਰਲ ਪਬਲਿਕ ਵੀ ਆ ਕਿ ਜਿਨ੍ਹਾਂ ਨੂੰ ਇਸ ਇੰਡਸਟਰੀ ਦਾ ਜਾਂ ਟਰੱਕਿੰਗ ਦਾ ਜ਼ਰੂਰ ਦੁੱਖ ਆ, ਉਹ ਵੀ ਸਾਰੇ ਆਏ ਆ। ਪਰ ਅਨਐਕਸਪੈਕਟਡ ਆ ਜੀ, ਅਸੀਂ ਕਿਉਂਕਿ ਅਸੀਂ ਤਾਂ 50 ਨੂੰ ਹੀ ਸੱਦਿਆ ਸੀਗਾ, ਉਹਦੇ ਤੋਂ ਵੱਧ ਜਿੰਨੇ ਵੀ ਆਉਂਦੇ ਆ ਉਹ ਸਾਰਿਆਂ ਲਈ ਵੈਲਕਮ ਆ। ਅਸੀਂ ਉਹਨਾਂ ਨੂੰ ਧੰਨਵਾਦ ਕਹਿੰਦੇ ਹਾਂ ਜੀ। ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਵੀਰ ਜੀ, ਸਮਾਂ ਦੇਣ ਲਈ। ਸ਼ੁਕਰੀਆ। व्यर्थ की पैज रहे पंथ की जीत होवे, श्री साहिब जी सहाय खालसे जी के बोल बाले बोलो जी। आप ਦੇ ਚਰਨਾਂ ਦਾ ਪਿਆਰ ਬਖਸ਼ਿਸ਼ ਕਰਨਾ, ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖ ਕੇ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਕਾਰਜ ਰਾਸ ਕਰਨੇ, ਹਰ ਤਰ੍ਹਾਂ ਕਰਕੇ ਸਹਾਇਤਾ ਕਰਨੀ, ਆਗਿਆ ਬਖਸ਼ੋ ਨਾਨਕ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸੋ ਯੂਟੀ ਵੱਲੋਂ ਜਿਹੜੀ ਰੈਲੀ ਦਾ ਐਲਾਨ ਕੀਤਾ ਗਿਆ ਸੀ, ਉਹ ਰੈਲੀ ਹੁਣ ਸ਼ੁਰੂ ਹੋਣ ਜਾ ਰਹੀ ਹੈ। ਇੱਥੋਂ ਜਿਹੜੇ ਡਰਾਈਵਰ ਆ ਉਹ ਇਸ ਵਕਤ ਜਿਹੜੀ ਰੈਲੀ ਆ ਕਾਰ ਰੈਲੀ ਸੀ ਲੈ ਕੇ ਤੁਰ ਰਹੇ ਨੇ। ਹਾਲਾਂਕਿ ਵਿੱਚ ਇੱਕ ਵੱਡਾ ਜਿਹੜਾ ਸੈਮੀ ਟਰੱਕ ਹੈ ਉਹ ਵੀ ਸ਼ਾਮਲ ਕੀਤਾ ਗਿਆ, ਪਰ ਮੋਟੇ ਤੌਰ ਤੇ ਜਿਹੜੀ ਇਹ ਕਾਰ ਰੈਲੀ ਹੈ ਜੋ ਇੱਥੋਂ ਨਿਕਲ ਕੇ ਵੈਨਕੂਵਰ ਤੱਕ ਜਾਵੇਗੀ ਔਰ ਉੱਥੇ ਕਮਿਸ਼ਨਰ ਦੇ ਆਫਿਸ ਦੇ ਬਾਹਰ ਜਿਹੜਾ ਵਾ ਸੰਕੇਤਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਕਿਉਂਕਿ ਕੋਵਿਡ ਦਾ ਕਰਕੇ ਜਿਹੜਾ ਵਾ ਖੁੱਲ੍ਹ ਕੇ ਰੋਸ ਪ੍ਰਦਰਸ਼ਨ ਨਹੀਂ ਕੀਤਾ ਜਾ ਸਕਦਾ। ਕੋਵਿਡ ਦੀਆਂ ਜਿਹੜੀਆਂ ਸਰਕਾਰੀ ਹਦਾਇਤਾਂ ਆ ਉਹਨਾਂ ਦਾ ਵੀ ਪਾਲਣ ਕਰਨਾ ਜ਼ਰੂਰੀ ਆ। ਸੋ ਉਹਨਾਂ ਗੱਲਾਂ ਨੂੰ ਵੀ ਧਿਆਨ 'ਚ ਰੱਖਿਆ ਜਾ ਰਿਹਾ ਇਹ ਰੈਲੀ ਕੱਢਣ ਤੋਂ ਪਹਿਲਾਂ। ਸੋ ਇਹ ਜਿਹੜੀ ਰੈਲੀ ਆ ਇਸ ਵਕਤ ਗੁਰੂ ਨਾਨਕ ਸਿੰਘ ਗੁਰਦੁਆਰਾ ਸਰੀ ਡੈਲਟਾ ਤੋਂ ਜਿਹੜੀ ਆ ਉਹ ਤੁਰ ਰਹੀ ਆ ਔਰ ਅਰਦਾਸ ਕੀਤੀ ਗਈ ਰੈਲੀ ਸ਼ੁਰੂ ਕਰਨ ਤੋਂ ਪਹਿਲਾਂ। ਅਰਦਾਸ ਕਰਨ ਤੋਂ ਬਾਅਦ ਜਿਹੜਾ ਵਾ ਡਰਾਈਵਰਾਂ ਨੂੰ ਦੱਸਿਆ ਗਿਆ, ਹਦਾਇਤਾਂ ਸੀਗੀਆਂ ਉਹਨਾਂ ਨੂੰ ਰੂਟ ਦੱਸਿਆ ਗਿਆ ਔਰ ਬਾਕਾਇਦਾ ਇੱਕ WhatsApp ਗਰੁੱਪ ਬਣਾ ਕੇ ਉਹਦੇ ਵਿੱਚ ਜਿਹੜੀ ਸਾਰੀ ਜਾਣਕਾਰੀ ਆ ਸਾਂਝੀ ਕਰਨ ਦਾ ਵੀ ਐਲਾਨ ਕੀਤਾ ਗਿਆ ਕਿ ਉਹਦੇ ਵਿੱਚ ਦੱਸਿਆ ਜਾਊਗਾ ਕਿ ਕਿਸ ਤਰ੍ਹਾਂ ਇਹ ਜਿਹੜਾ ਰੂਟ ਹੈ ਵੈਨਕੂਵਰ ਤੱਕ ਜਾਵੇਗਾ ਔਰ ਉੱਥੇ ਜਾ ਕੇ ਜਿਹੜਾ ਵਾ ਇਹ ਰੈਲੀ ਕਿਵੇਂ ਜਾ ਕੇ ਉੱਥੇ ਰੋਸ ਪ੍ਰਦਰਸ਼ਨ ਹੋਵੇਗਾ ਡਾਊਨਟਾਊਨ ਦੇ ਵਿੱਚ, ਜੋ ਕਿ ਬਾਹਰ ਇਹਨਾਂ ਨੇ ਸਾਈਨ ਲਾਏ ਹੋਏ ਨੇ ਕਾਰਾਂ ਦੇ ਬਾਹਰ ਜਿਹੜੇ ਆ ਉਹ ਗੱਡੀਆਂ ਉੱਥੇ ਜਿਹੜਾ ਚੱਕਰ ਲਗਾਉਣਗੀਆਂ। ਇਹ ਸੰਕੇਤ ਦੇਣਗੇ ਕਿ ਕਿਸ ਤਰੀਕੇ ਦਾ ਜਿਹੜਾ ਰੋਸ ਪ੍ਰਦਰਸ਼ਨ ਜਿਹੜਾ ਵਾ ਉਹ ਇਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਇਹਨਾਂ ਵੱਲੋਂ ਮੰਗਾਂ ਕਿਹੜੀਆਂ ਨੇ। ਔਰ ਖਾਸ ਕਰਕੇ ਇੱਥੇ ਇੱਕ ਹੋਰ ਗੱਲ ਜਿਹੜੀ ਹੈ ਸਾਡੇ ਦੇਖਣ ਚ ਆਈ ਹੈ ਕਿ ਅਸੀਂ ਕਈ ਟਰੱਕ ਡਰਾਈਵਰਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਹ ਇਸ ਕਾਰ ਰੈਲੀ ਵਿੱਚ ਹਿੱਸਾ ਜ਼ਰੂਰ ਲੈ ਰਹੇ ਨੇ ਪਰ ਕਿਸੇ ਵੀ ਤਰ੍ਹਾਂ ਉਹ ਖੁੱਲ੍ਹ ਕੇ ਗੱਲ ਕਰਨ ਲਈ ਤਿਆਰ ਨਜ਼ਰ ਨਹੀਂ ਆ ਰਹੇ ਸੀਗੇ, ਕਿਉਂਕਿ ਹਾਲਾਂਕਿ ਉਹਨਾਂ ਨੇ ਆਫ ਦਾ ਰਿਕਾਰਡ ਜਿਹੜੀ ਗੱਲਬਾਤ ਕੀਤੀ ਇਹ ਦੱਸਿਆ ਕਿ ਉਹਨਾਂ ਨੂੰ ਆਪਣੀਆਂ ਕੰਪਨੀਆਂ ਦਾ ਵੀ ਡਰ ਹੈ, ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਅਸੀਂ ਇਸ ਕਾਰ ਰੈਲੀ ਵਿੱਚ ਆ, ਜਾकर ਅਸੀਂ ਫਿਰ ਮੀਡੀਆ ਦੇ ਵਿੱਚ ਕੋਈ ਗੱਲਬਾਤ ਕੀਤੀ ਤਾਂ ਉਹਨਾਂ ਦੀ ਜਿਹੜੀ ਨੌਕਰੀ ਆ ਉਹਦੇ ਉੱਤੇ ਜਿਹੜੀ ਤਲਵਾਰ ਹੈ ਉਹ ਲਟਕ ਸਕਦੀ ਹੈ। ਸੋ ਇੱਕ ਸਹਿਮ ਦਾ ਮਾਹੌਲ ਇੱਥੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਇਸ ਦੇਸ਼ ਦੇ ਵਿੱਚ ਜਿਹੜਾ ਵਾ ਕਾਨੂੰਨ ਦੀ ਖੋਲਿਆ, ਉੱਥੇ ਆਪਣੀ ਗੱਲਬਾਤ ਕਰਨ ਦੀ ਖੋਲਿਆ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਇੱਕ ਦਬਾਅ ਆ ਉਹ ਡਰਾਈਵਰਾਂ ਉੱਤੇ ਦੇਖਣ ਨੂੰ ਮਿਲ ਰਿਹਾ ਉਹਨਾਂ ਦੀਆਂ ਕੰਪਨੀਆਂ ਦਾ ਕਿ ਜੇਕਰ ਉਹ ਮੀਡੀਆ ਵਿੱਚ ਗੱਲਬਾਤ ਕਰਨਗੇ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਖੜ ਸਕਦਾ, ਉਹਨਾਂ ਦਾ ਕੰਮ ਜਾ ਸਕਦਾ ਵਾ ਜਾਂ ਉਹਨਾਂ ਦਾ ਟਰੱਕ ਖੜਾ ਹੋ ਸਕਦਾ, ਉਹਨਾਂ ਦੀ ਨੌਕਰੀ ਜਾ ਸਕਦੀ ਹੈ। ਕਈ ਤਰ੍ਹਾਂ ਦੇ ਜਿਹੜੇ ਡਰ ਆ ਉਹਨਾਂ ਦੇ ਮਨ ਵਿੱਚ ਇਸ ਵਕਤ ਬੈਠੇ ਹੋਏ ਨੇ। ਆਫ ਦਾ ਰਿਕਾਰਡ ਉਹਨਾਂ ਨੇ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਸੋ ਇਸ ਵਕਤ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਿ ਜਿਹੜਾ ਇੱਕ ਟਰੱਕ ਵੀ ਆ ਉਹ ਵੀ ਇੱਥੋਂ ਜਾ ਰਿਹਾ ਵਾ ਤੇ ਰੈਲੀ ਜਿਹੜੀ ਆ ਵੈਨਕੂਵਰ ਤੱਕ ਜਾਵੇਗੀ। ਵੈਨਕੂਵਰ ਡਾਊਨਟਾਊਨ ਦੇ ਵਿੱਚ ਜਾ ਕੇ ਜਿਹੜਾ ਵਾ ਇਹ ਰੈਲੀ, ਹਾਲਾਂਕਿ ਜਿਹੜੇ ਇੱਥੇ ਦੇ ਪ੍ਰਬੰਧਕ ਹੈ ਉਹਨਾਂ ਨੇ ਕਿਹਾ ਸੀ ਕਿ 50 ਲੋਕਾਂ ਨੂੰ ਉਹਨਾਂ ਵੱਲੋਂ ਸੱਦਾ ਦਿੱਤਾ ਗਿਆ ਸੀ ਕਿ 50 ਲੋਕ ਜਿਹੜੇ ਉਹ ਇਕੱਠੇ ਹੋਣਗੇ, ਕਾਰ ਰੈਲੀ ਵਿੱਚ ਜਾਣਗੇ ਅਤੇ ਉਹ ਜਾ ਕੇ ਰੋਸ ਪ੍ਰਦਰਸ਼ਨ ਕਰਨਗੇ। ਪਰ ਕਾਫੀ ਵੱਡੀ ਗਿਣਤੀ ਵਿੱਚ ਜਿਹੜਾ ਵਾ, ਕਿਉਂਕਿ ਪ੍ਰਚਾਰ ਜ਼ਰੂਰ ਕੀਤਾ ਜਾ ਰਿਹਾ ਸੀ ਇਸ ਰੈਲੀ ਦਾ, ਪਰ ਸੱਦਾ ਜਿਹੜਾ ਵਾ ਉਹ ਕਿਹਾ ਜਾ ਰਿਹਾ ਕਿ ਦਾਅਵਾ ਕੀਤਾ ਜਾ ਰਿਹਾ ਕਿ 50 ਲੋਕਾਂ ਨੂੰ ਦਿੱਤਾ ਗਿਆ ਸੀ। ਪਰ ਇਹਦੇ ਬਾਵਜੂਦ ਵੀ ਵੱਡੀ ਗਿਣਤੀ ਵਿੱਚ ਇੱਥੇ ਜਿਹੜੇ ਆ ਇਸ ਇੰਡਸਟਰੀ ਨਾਲ ਜੁੜੇ ਹੋਏ ਜਿਹੜੇ ਡਰਾਈਵਰ ਨੇ ਜਾਂ ਲੋਕ ਨੇ ਉਹ ਸਾਹਮਣੇ ਆਏ ਨੇ ਤੇ ਉਹ ਜਿਹੜਾ ਵਾ ਇਹ ਰੋਸ ਪ੍ਰਦਰਸ਼ਨ ਦੇ ਵਿੱਚ ਹਿੱਸਾ ਲੈ ਰਹੇ ਨੇ। ਤੇ ਇਸ ਵਕਤ ਜਿਹੜੀ ਹੈ ਰੈਲੀ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਤੋਂ ਨਿਕਲ ਕੇ ਅੱਗੇ ਜਾ ਰਹੀ ਆ ਔਰ ਉੱਥੇ ਵੈਨਕੂਵਰ ਡਾਊਨਟਾਊਨ ਦੇ ਵਿੱਚ ਜਾ ਕੇ ਵੀ ਰੋਸ ਪ੍ਰਦਰਸ਼ਨ ਹੋਵੇਗਾ। ਕਮਿਸ਼ਨਰ ਦੇ ਆਫਿਸ ਦੇ ਬਾਹਰ ਜਾ ਕੇ ਵੀ ਰੋਸ ਪ੍ਰਦਰਸ਼ਨ ਹੋਵੇਗਾ ਔਰ ਜਿਹੜੀਆਂ ਮੰਗਾਂ ਇਹਨਾਂ ਨੂੰ ਕਿਹਾ ਗਿਆ ਕਿ ਸਰਕਾਰ ਜਿਹੜੀ ਆ ਉਹ ਜ਼ਰੂਰ ਇਹ ਮੰਗਾਂ ਮਨਵਾਏ
ਹੱਲੇ ਹੋ ਸਕਦਾ ਕਿ ਅਗਲੇ ਸਾਲ ਜਿਹੜੀਆਂ ਵਾ ਜਾਂ ਇਸ ਸਾਲ ਤਾਂ ਕੋਵਿਡ ਦੇ ਦੌਰਾਨ ਆਸ ਨਹੀਂ ਕੀਤੀ ਜਾ ਰਹੀ, ਅਗਲੇ ਸਾਲ ਜਿਹੜੀਆਂ ਵਾ ਚੋਣਾਂ ਵੀ ਹੋ ਸਕਦੀਆਂ। ਔਰ ਇਹਨਾਂ ਟਰੱਕ ਡਰਾਈਵਰਾਂ ਦਾ ਕਹਿਣਾ ਕਿ ਚੋਣਾਂ ਦੇ ਵਿੱਚ ਇਹਨਾਂ ਜਿਹੜੀਆਂ ਮੰਗਾਂ ਆ, ਜਿਹੜਾ ਇਲੀਗਲ ਡੌਕ ਹੁੰਦੀ ਆ ਜਾਂ ਜਿਹੜੇ ਹੋਰ ਗੈਰ ਕਾਨੂੰਨੀ ਜਿਹੜੇ ਇਸ ਇੰਡਸਟਰੀ ਵਿੱਚ ਟਰੱਕ ਚੱਲਦੇ ਆ, ਜੋ ਨਹੀਂ ਚਲਾ ਸਕਦੇ, ਜੋ ਕਾਨੂੰਨ ਦੀ ਉਲੰਘਣਾ ਕਰਦੇ ਆ, ਇਹਨਾਂ ਦੇ ਰੋਜ਼ਗਾਰ ਤੇ ਵੀ, ਇਹਨਾਂ ਦੇ ਕੰਮਕਾਰ ਤੇ ਉਹਦਾ ਅਸਰ ਪੈਂਦਾ, ਜਿਹਦੇ ਕਰਕੇ ਜਿਹੜੇ ਮਾੜੇ ਹਾਲਾਤ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ। ਸੋ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਇਲੈਕਸ਼ਨ ਵਿੱਚ ਵੀ ਇਹ ਮੁੱਦਾ ਚੱਕਿਆ ਜਾਵੇਗਾ ਤੇ ਅੱਜ ਵੀ ਇਸੇ ਮੁੱਦੇ ਨੂੰ ਲੈ ਕੇ ਜਿਹੜੀ ਆ ਇਹ ਰੈਲੀ ਕੱਢੀ ਜਾ ਰਹੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।